So now we are starting with the tertiary structure of protein. So tertiary structure का मतलब ये है कि जो molecule secondary टू डायमेंशनल स्ट्रक्चर है उसकी, whether it is alpha helical और beta pleated structure, तो ये प्रोटीन मॉलिक्यूल ਦੀ 3 डायमेंशनल स्ट्रक्चर की होएगी। मीनस कि मॉलिक्यूल अपने आप ਨੂੰ स्पेस ਦੇ ਵਿੱਚ ਕਿਸ ਤਰ੍ਹਾਂ ਸ਼ੇਪ ਦੇਗਾ। सो दैट इज़ द 3 डायमेंशनल स्ट्रक्चर। और अगर ਅਸੀਂ देखिए कि कोई भी प्रोटीन मॉलिक्यूल है उसकी जो टर्शियरी स्ट्रक्चर है वही अटेन करेगा विच इज़ एनर्जेटिकली द मोस्ट स्टेबल स्ट्रक्चर एंड it remains as such at normal temperature, pressure and normal pH value. Or this tertiary structure is actually decided by the amino acid sequence which is known as a primary structure. So we can say a primary structure of a protein decides its tertiary structure. So we have classified proteins into two categories, fibrous protein and the globular protein, depending on the molecular structure. तो ਅਸੀਂ tertiary structure ਨੂੰ ਦੋ category ਵਿੱਚ divide ਕਰ ਸਕਦੇ ਹਾਂ, tertiary structure of fibrous proteins and tertiary structure of globular protein. So fibrous protein ਦੇ ਵਿੱਚ ਕੀ ਹੈ ਕਿ molecule ਦੇ ਵਿੱਚ throughout almost same secondary structure ਰਹਿੰਦੀ ਹੈ, whether it is alpha helical or beta pleated structure. So it remains same throughout the length of the molecule. ਜਿਸ ਤਰ੍ਹਾਂ ਕਿ ਅਗਰ ਅਸੀਂ ਗੱਲ ਕਰਦੇ ਹਾਂ ਅਲਫਾ ਕੈਰੋਟਿਨ ਦੀ, ਜਿਹੜਾ ਕਿ ਸਾਡੇ ਹੇਅਰ ਦੇ ਵਿੱਚ ਪ੍ਰੈਜ਼ੈਂਟ ਹੈ, ਉਸ ਵਿੱਚ ਅਲਫਾ ਹੈਲੀਕਲ ਸਟਰਕਚਰ ਹੀ ਹੁੰਦੀ ਹੈ। ਤਾਂ ਇਸ ਦੇ ਵਿੱਚ ਕੀ ਹੈ ਕਿ ਜਿਹੜੇ ਅਲਫਾ ਹੈਲੀਕਲ ਹੈ ਸਪਾਇਰਲ ਸਟਰਕਚਰ ਹੈ, ਉਹ ਕਈ ਇਸ ਤਰ੍ਹਾਂ ਦੇ ਸਪਾਇਰਲ ਜਿਹੜੇ ਕੋਇਲਸ ਨੇ ਉਹ ਇੱਕ ਦੂਜੇ ਨਾਲ ਬਾਈਂਡ ਅਪ ਹੋ ਜਾਂਦੇ ਨੇ, ਇੱਕ ਦੂਜੇ ਨਾਲ ਕੋਇਲ ਅਪ ਹੋ ਜਾਂਦੇ ਨੇ ਟੂ ਗਿਵ ਦ ਰੋਪ ਲਾਈਕ ਸਟਰਕਚਰ ਔਰ ਰੋਡ ਲਾਈਕ ਸਟਰਕਚਰ। ਜਿਸ ਤਰ੍ਹਾਂ ਕਿ ਅਗਰ ਅਸੀਂ ਕੋਲੇਜਨ ਦੀ ਗੱਲ ਕਰੀਏ ਇਸ ਤਰ੍ਹਾਂ ਹੈ। ਸੋ ਇਹ ਸਾਡੇ ਕੋਲ ਇੱਕ ਸਪਾਇਰਲ ਆ ਗਿਆ, ਇਸੇ ਤਰ੍ਹਾਂ ਆ ਸਾਡੇ ਕੋਲ ਦੂਸਰਾ ਸਪਾਇਰਲ ਆ ਰਿਹਾ ਹੈ and this is the third spiral. So thin spiral alpha helical structures ਇੱਕ ਦੂਜੇ ਨਾਲ coil up ਹੋ ਰਹੇ ਨੇ to give this type of the structure. This is known as triple helix structure which is the tertiary structure of collagen. अगर ਅਸੀਂ ਗੱਲ ਕਰਦੇ ਹਾਂ ਗਲੋਬੂਲਰ ਪ੍ਰੋਟੀਨਸ ਦੀ, ਤਾਂ ਗਲੋਬੂਲਰ ਪ੍ਰੋਟੀਨ ਦੇ ਵਿੱਚ ਕੀ ਹੈ ਕਿ ਸੇਮ secondary structure is not maintained throughout the length of the molecule. At some part of the molecule there is alpha helix structure, at the other part it can be beta pleated structure, and even at the another part it can be having no secondary structure, means random coil part. ਤਾਂ ਅਗਰ ਇਸ ਤਰ੍ਹਾਂ ਦਾ ਮੋਲੀਕਿਊਲ ਹੈ ਤਾਂ ਉਸ ਦੇ ਵਿੱਚ ਕੀ ਹੋਏਗਾ ਕਿ ਜੋ ਡਿਫਰੈਂਟ ਸੈਗਮੈਂਟ ਹੈ ਪ੍ਰੋਟੀਨਸ ਦੇ ਉਹ ਆਪਸ ਦੇ ਵਿੱਚ ਫੋਲਡ ਹੋ ਜਾਣਗੇ ਸੋ ਐਜ਼ ਟੂ ਗਿਵ ਦ ਪ੍ਰੋਟੀਨ ਮੋਲੀਕਿਊਲ ਅ ਸਫੀਰੋਇਡਲ ਸ਼ੇਪ। ਸੋ ਉਸ ਦੇ ਨਾਲ ਉਨਦੀ ਕੰਪੈਕਟ ਸ਼ੇਪ ਬਣ ਜਾਏਗੀ। ਜਿਸ ਤਰ੍ਹਾਂ ਕਿ ਅਗਰ ਅਸੀਂ ਦੇਖੀਏ ਆ ਸਾਡੇ ਕੋਲ ਇੱਕ ਪ੍ਰੋਟੀਨ ਚੇਨ ਹੈ, ਇਸ ਦੀ ਜਗ੍ਹਾ ਜਗ੍ਹਾ ਤੋਂ ਅਲੱਗ-ਅਲੱਗ ਤਰ੍ਹਾਂ ਦੀ ਸਟਰਕਚਰ ਹੋ ਸਕਦੀ ਹੈ। ਇਟ ਕੈਨ ਬੀ ਅਲਫਾ ਹੈਲਿਕਸ, ਬੀਟਾ ਪਲੇਟਿਡ ਔਰ ਰੈਂਡਮ ਕੋਇਲ ਸਟਰਕਚਰ। ਤਾਂ ਉਸਦੇ ਜਿਹੜੇ ਸਾਈਡ ਚੇਨਸ ਨੇ ਇਹ ਸਾਈਡ ਚੇਨਸ ਨੇ, ਇਹ ਸਾਈਡ ਚੇਨ ਹੈ। ਸੋ ਕਿਉਂਕਿ ਡਿਫਰੈਂਟ ਅਮਾਈਨੋ ਐਸਿਡਸ ਹੈ, ਐਟ ਅ ਪਰਟੀਕੂਲਰ ਅਮਾਈਨੋ ਐਸਿਡ ਦੇयर ਕੈਨ ਬੀ ਅਲਕਾਈਲ ਸਾਈਡ ਚੇਨ, ਐਟ ਅਨਦਰ ਅਮਾਈਨੋ ਐਸਿਡ ਇਟ ਕੈਨ ਬੀ ਪੋਲਰ ਜਿਸ ਤਰ੍ਹਾਂ ਸਿਸਟੀਨ ਹੈ, ਔਰ ਕਿਸੇ ਹੋਰ ਅਮਾਈਨੋ ਐਸਿਡ 'ਤੇ ਇਹ ਵੀ ਹੋ ਸਕਦਾ ਕਿ ਉਹ ਐਸਿਡਿਕ ਅਮਾਈਨੋ ਐਸਿਡ ਹੋਵੇ ਜਿਸ ਦੇ ਵਿੱਚ ਕਾਰਬੋਕਸਿਲਿਕ ਐਸਿਡ ਗਰੁੱਪ ਜ਼ਿਆਦਾ ਹੋਣ, ਐਂਡ ਇਟ ਇਜ਼ ਦ ਨੋਰਮਲ ਅਮਾਈਨੋ ਐਸਿਡ ਜਿਸ ਦੇ ਵਿੱਚ ਪੈਪਟਾਈਡ ਲਿੰਕੇਜ ਵਾਲਾ ਕਾਰਬੋਨਿਲ ਗਰੁੱਪ ਸ਼ੋ ਕੀਤਾ ਹੋਇਆ ਹੈ। ਸੋ ਇਸ ਤਰ੍ਹਾਂ ਇਹ ਦੂਸਰੀ ਚੇਨ ਹੈ। ਸੋ ਜੋ ਅਲੱਗ-ਅਲੱਗ ਚੇਨਸ ਹੈ ਉਹਨਾਂ ਵਿੱਚ ਆਪਸ ਵਿੱਚ ਇੰਟਰੈਕਸ਼ਨ ਕਿਹੜੀ ਹੋਏਗੀ, ਅਗਰ ਤਾਂ ਦੋਨੋਂ ਨੋਨ ਪੋਲਰ ਸਾਈਡ ਚੇਨਸ ਇੱਕ ਦੂਜੇ ਕਲੋਜ਼ ਆ ਰਹੀਆਂ ਨੇ ਤਾਂ ਅਸੀਂ ਕਹਾਂਗੇ ਕਿ ਇਹ ਜਿਹੜੀ ਇੰਟਰੈਕਸ਼ਨ ਹੈ ਦਿਸ ਇਜ਼ ਹਾਈਡਰੋਫੋਬਿਕ ਇੰਟਰੈਕਸ਼ਨ ਔਰ ਵੀ ਕੈਨ ਸੇ ਵੰਡ ਵਾਲੀ ਇੰਟਰੈਕਸ਼ਨ ਇਜ਼ ਦੇਅਰ। ਅਗਰ ਦੋ ਚੇਨਸ ਜਿਹੜੀਆਂ ਹੈ ਉਹਨਾਂ ਦੇ ਆਮਨੇ ਸਾਹਮਣੇ ਸਲਫਰ ਐਟਮ ਆ ਰਹੇ ਨੇ ਜਿਸ ਤਰ੍ਹਾਂ ਸਿਸਟੀਨ ਅਮਾਈਨੋ ਐਸਿਡ ਹੈ ਤਾਂ ਉਸ ਦੇ ਜਿੱਥੇ SH ਹੁੰਦਾ ਹੈ ਤਾਂ ਦੋਨਾਂ ਸਲਫਰ ਵਿੱਚ ਇੰਟਰੈਕਸ਼ਨ ਹੋ ਜਾਏਗੀ ਔਰ ਜਿਹੜੀ ਬੌਂਡਿੰਗ ਹੋਏਗੀ ਉਸਨੂੰ ਅਸੀਂ ਡਾਈਸਲਫਾਈਡ ਬੌਂਡਿੰਗ ਕਹਿੰਦੇ ਹਾਂ। then there can be interaction between the carboxylate ion of acidic amino acid residue of one protein chain with the NH3 positive part of basic amino acid residue of the other chain. So ਜਿਸ ਤਰ੍ਹਾਂ ਅਗਰ ਅਸੀਂ ਕਹੀਏ ਗਲੂਟੈਮਿਕ ਐਸਿਡ ਹੈ ਇਸ ਸਾਈਡ 'ਤੇ ਸਾਡੇ ਕੋਲ ਹਿਸਟੀਡੀਨ ਹੈ ਜਾਂ ਲਾਈਸਿਨ ਹੈ ਤਾਂ ਉਹਨਾਂ ਵਿੱਚ ਆਪਸ ਵਿੱਚ ਜਿਹੜੀ ਇੰਟਰੈਕਸ਼ਨ ਹੋਏਗੀ ਦੈਟ ਇਜ਼ ਨੋਨ ਐਜ਼ ਸਾਲਟ ਬ੍ਰਿਜ। ਔਰ ਅਗਰ ਇੱਕ ਅਮਾਈਨੋ ਐਸਿਡ ਰੈਜ਼ੀਡਿਊ ਦਾ ਕਾਰਬੋਨਿਲ ਗਰੁੱਪ ਇੱਕ ਚੇਨ ਦਾ ਦੂਸਰੀ ਚੇਨ ਦੇ ਅਮਾਈਨੋ ਐਸਿਡ ਰੈਜ਼ੀਡਿਊ ਦੇ NH ਦੇ ਸਾਹਮਣੇ ਆ ਰਿਹਾ ਹੈ ਦੈਨ ਦੇयर ਕੈਨ ਬੀ ਹਾਈਡਰੋਜਨ ਬੌਂਡਿੰਗ। ਸੋ ਜਿਹੜੀ ਫੋਲਡਿੰਗ ਹੁੰਦੀ ਹੈ ਇਹ ਮੋਲੀਕੂਲ ਵਿੱਚ ਆਪਸ ਵਿੱਚ ਇੰਟਰੈਕਸ਼ਨ ਹੋ ਗਈ ਔਰ ਇਸ ਇੰਟਰੈਕਸ਼ਨ ਤੋਂ ਬਾਅਦ ਜਿਹੜੀ ਉਹਦੇ ਫੋਲਡਿੰਗ ਹੋ ਰਹੀ ਹੈ ਉਹ ਫੋਲਡਿੰਗ ਇਸ ਤਰ੍ਹਾਂ ਹੁੰਦੀ ਹੈ ਕਿ ਜਿਹੜੇ ਨੋਨ ਪੋਲਰ ਐਂਡਸ ਹੈ ਆਰ ਪਾਰਟ ਹੈ ਜਾਂ ਨੋਨ ਪੋਲਰ ਐਂਡਸ ਹੈ ਦੇ ਆਰ ਪੁਸ਼ਡ ਇਨਵਰਡਸ। ਇਹ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ। ਔਰ ਜਿਹੜੇ ਪੋਲਰ ਐਂਡਸ ਨੇ ਦੇ ਆਰ ਗਿਵਨ ਆਊਟਵਰਡ। ਤਾਂ ਉਸ ਦੇ ਨਾਲ ਕੀ ਹੁੰਦਾ ਹੈ ਸੋ ਇਟ ਇਜ਼ ਟੂ ਮੇਕ ਦ ਮੋਲੀਕਿਊਲ
प्रोटीन मॉलिक्यूल इंटरैक्ट विद द वाटर मॉलिक्यूल, क्योंकि अगर नॉन पोलर एंड्स अंदर चले जाएंगे ਜਿਹੜੇ वाटर इनसॉल्यूबल है ਤਾਂ वाटर ਨਾਲ इंटरैक्शन ਕਰਨ 'ਚ ਕੋਈ प्रॉब्लम नहीं आएगी। बाहर वाले पासे ਜਿਹੜੇ एंड्स है वो पोलर है या हाइड्रोजन बॉन्ड्स है ਤਾਂ ਉਹ पार्ट्स ਜਿਹੜੇ है मॉलिक्यूल वाटर मॉलिक्यूल ਨਾਲ इंटरैक्ट कर सकते हैं। So the tertiary structure can be determined by a number of methods. X-ray diffraction study can be used, X-ray crystallography can be used. So X-ray crystallography was used to determine the structure of hemoglobin and myoglobin. It was done with the by Peretz and Cantu scientists who were again awarded Nobel Prize in year 1962. So अगर ਅਸੀਂ ਮਾਇਓਗਲੋਬਿਨ ਦੀ ਗੱਲ ਕਰਦੇ ਹਾਂ ਤਾਂ ਮਾਇਓਗਲੋਬਿਨ ਦੀ ਸਟਰਕਚਰ ਦਿੱਤੀ ਹੋਈ ਹੈ ਜਿਸ ਦੇ ਵਿੱਚ this is structure of myoglobin. It is having 8 segments, 8 segments ने straight segments ने ਜਿਹੜੇ ਕਿ coil ਹੋ ਕੇ अल्फा हेलिक्स स्ट्रक्चर बना रहे ने। सेकेंडरी स्ट्रक्चर अल्फा हेलिक्स है और जिथों ये बेंड हो रहा है सो बेंड वाले पार्ट ते की आ रही है रैंडम कॉइल स्ट्रक्चर आ रही है। रैंडम कॉइल स्ट्रक्चर मतलब की है कि इत्थे कोई भी सेकेंडरी स्ट्रक्चर अवेलेबल नहीं है। जिस तरह इत्थे रैंडम कॉइल है इत्थे रैंडम कॉइल है, अदरवाइज यू कैन सी अल्फा हेलिक्स स्ट्रक्चर इज देयर और वो फोल्ड हो रही है। और अगर ਅਸੀਂ ਮਾਇਓਗਲੋਬਿਨ ਵਿੱਚ ਦੇਖਦੇ ਹਾਂ ਤਾਂ ਉੱਥੇ ਇੱਕ ਪ੍ਰੋਸਥੈਟਿਕ ਗਰੁੱਪ ਵੀ ਹੁੰਦਾ ਹੈ ਜਿਸ ਨੂੰ ਅਸੀਂ ਹੇਮ ਕਹਿੰਦੇ ਹਾਂ, ਹੇਮ ਗਰੁੱਪ ਕਹਿੰਦੇ ਹਾਂ। ਸੋ heme group is also present in hemoglobin as well as myoglobin. So it is the group which is the actually oxygen carrier part. So heme group ਦੇ ਨਾਲ oxygen molecule ਜਿਹੜਾ ਹੈ ਉਹ attach ਹੁੰਦਾ ਹੈ through which it is given to different parts of the body.